किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। 7वें कांड का 8वां भाग नचना अते गुरमत। वाहिगुरू जी का खालसा वाहिगुरू जी की फतेह। भावें भेख नाल नाच का बड़ा घट संबंध है, पर इस दा शिंगार नाल बड़ा डूंगा संबंध होण करके अडरे तौर ते विचारना ਅਤੇ ਗੁਰਮਤ ਦੀ ਕਸਵੱਟੀ ਤੇ ਪਰਖਣਾ ਠੀਕ ਸਮਝਿਆ ਹੈ। ਅਸਲ ਵਿੱਚ ਨਾਚ ਵੀ ਮਨੋਰੰਜਨ ਅਥਵਾ ਤਮਾਸ਼ਬੀਨੀ ਦਾ ਹੀ ਸਾਧਨ ਹੈ। ਨਾਚ ਰੰਗ ਦੀਆਂ ਮਹਿਫਲਾਂ ਦਾ ਮਸ਼ਹੂਰ ਅੱਡਾ ਵੇਸਵਾ ਦਾ ਕੋਠਾ ਹੀ ਸਮਝਿਆ ਜਾਂਦਾ ਰਿਹਾ ਹੈ। ਅੱਜ ਵੀ ਮਨੋਰੰਜਨ ਦੇ ਸ਼ੌਕੀਨ ਅਥਵਾ ਬੇਵਿਚਾਰੀ ਮਨੁੱਖ ਵੇਸਵਾ ਦੇ ਕੋਠੇ ਦੀ ਹੀ ਭਾਲ ਕਰਦੇ ਹਨ। ਹਜ਼ਾਰਾਂ ਸਾਲਾਂ ਤੋਂ ਲੋਕਾਂ ਨੇ ਇਸਤਰੀ ਜਾਤੀ ਨੂੰ ਵੇਸਵਾ ਦਾ ਰੂਪ ਦੇ ਕੇ ਉਸ ਦਾ ਨਾਚ ਵੇਖਣਾ ਆਰੰਭਿਆ ਹੋਇਆ ਹੈ। ਵੱਖਰੀ ਗੱਲ ਹੈ ਕਿ ਪੜ੍ਹੇ ਲਿਖੇ ਸਮਾਜ ਨੇ ਇਸ ਨੂੰ ਆਰਟ ਦਾ ਨਾਮ ਦੇ ਦਿੱਤਾ ਹੈ ਅਤੇ ਨੱਚਣਾ ਹੁਣ ਅਮੀਰ ਘਰਾਂ ਦੀਆਂ ਬੀਬੀਆਂ ਨੇ ਵੀ ਸੁਸਾਇਟੀ ਦਾ ਅੰਗ ਮੰਨ ਲਿਆ ਹੈ। ਪਰ ਨਾਚ ਗਾਣੇ ਨੂੰ ਉਸ ਦੇ ਮੁੱਢ ਦੁਰਾਚਾਰੀ ਦੇ ਅੱਡੇ ਅਥਵਾ ਧੁਰੇ ਤੋਂ ਪੂਰੀ ਤਰ੍ਹਾਂ ਜੁਦਾ ਨਹੀਂ ਕੀਤਾ ਜਾ ਸਕਦਾ। ਨਾਚ ਗਾਣੇ ਦੀ ਹਰ ਮਹਿਫਲ 'ਚ ਭਾਵੇਂ ਕਿਸੇ ਬੜੇ ਪਤਵੰਤੇ ਦੇ ਘਰ ਲੱਗੀ ਹੋਵੇ, ਕਾਮ ਦੇਵਤਾ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਧਾਨ ਰੂਪ ਵਿੱਚ ਪ੍ਰਗਟ ਜ਼ਰੂਰ ਹੋ ਕੇ ਆਚਰਣਹੀਣਤਾ ਲਈ ਉਕਸਾਹਟ ਦੇ ਰਿਹਾ ਹੁੰਦਾ ਹੈ। ਕਾਮੀ ਅਤੇ ਤਮਾਸ਼ਬੀਨ ਬ੍ਰਾਹਮਣ ਨੇ ਜਿਸ ਪ੍ਰਕਾਰ ਮਾਸ ਸ਼ਰਾਬ ਨੂੰ ਮੰਦਰਾਂ ਦੀ ਸ਼ੋਭਾ ਬਣਾ ਲੈਣ ਦੀ ਅਤੇ ਫਿਰ ਪੱਥਰਾਂ ਨਾਲ ਲੋਕਾਂ ਦੀਆਂ ਬੱਚੀਆਂ ਦੀ ਸ਼ਾਦੀ ਕਰਕੇ ਉਹਨਾਂ ਨੂੰ ਰਾਮਜਣੀਆਂ ਬਣਾ ਲੈਣ ਦੀ ਦੁਖਦਾਈ ਵਿਥਿਆ ਅਸੀਂ ਪਿੱਛੇ ਪੜ ਚੁੱਕੇ ਹਾਂ। ਨਾਚ ਗਾਣੇ ਨੂੰ ਵੀ ਭਗਤੀ ਦਾ ਅੰਗ ਬਣਾ ਕੇ ਮੰਦਰਾਂ ਨੂੰ ਪੂਰਨ ਤੌਰ 'ਤੇ ਮਨੋਰੰਜਨ ਦਾ ਅੱਡਾ ਬਣਾ ਲੈਣ ਲਈ ਵੀ ਵਿਦਵਾਨ ਵਿਪਰ ਜੀ ਨੇ ਦੇਵਤਿਆਂ, ਭਗਵਾਨਾਂ ਅਥਵਾ ਧਰਮ ਗ੍ਰੰਥਾਂ ਦੀ ਹੀ ਵਰਤੋਂ ਕੀਤੀ। ਕ੍ਰਿਸ਼ਨ ਨੂੰ ਨਿਰਾ ਨਾਚ ਵੇਖਣ ਅਤੇ ਗਾਣੇ ਸੁਣਨ ਦਾ ਰਸੀਆ ਹੀ ਨਹੀਂ ਦੱਸਿਆ, ਸਗੋਂ ਉਸ ਦੇ ਆਪਣੇ ਕੋਲੋਂ ਵੀ ਨਾਚ ਕਰਵਾਇਆ ਅਤੇ ਉਸ ਨੂੰ ਇਸਤਰੀਆਂ ਦੇ ਝੁਰਮਟ ਵਿੱਚ ਨੱਚਦਾ, ਹੋਲੀਆਂ ਖੇਡਦਾ ਅਤੇ ਖਰੂਦ ਕਰਦਾ ਖੁੱਲ੍ਹ ਕੇ ਦਰਸਾਇਆ। ਸ੍ਰਿਸ਼ਟੀ ਦਾ ਨਾਸ਼ ਕਰਨ ਵਾਲੇ ਮੌਤ ਦੇ ਠੇਕੇਦਾਰ ਸ਼ਿਵਜੀ ਮਹਾਰਾਜ ਨੂੰ ਨਿਰਾ ਕਾਮ ਤ੍ਰਿਸ਼ਨਾ ਦੀ ਤ੍ਰਿਪਤੀ ਲਈ ਹੀ ਨਹੀਂ ਵਰਤਿਆ, ਸਗੋਂ ਭਗਵਾਨ ਜੀ ਨੂੰ ਨਾਚ ਕਰਨ ਦਾ ਵੀ ਡਾਢਾ ਸ਼ੌਕੀਨ ਦਰਸਾਇਆ। ਰਮਾਇਣ ਦੀਆਂ ਵੀਡੀਓ ਰੀਲਾਂ ਵਿੱਚ ਭਗਵਾਨ ਰਾਮ ਜੀ ਨੂੰ ਸ਼ਿਵਲਿੰਗ ਦੀ ਪੂਜਾ ਕਰਦਿਆਂ ਗਾਉਂਦਾ ਅਤੇ ਭਗਵਾਨ ਸ਼ਿਵ ਜੀ ਨੂੰ ਟਪੋਸਲੀਆਂ ਮਾਰ-ਮਾਰ ਕੇ ਨਾਚ ਕਰਦਿਆਂ ਦਰਸਾਇਆ। ਸਿੱਟਾ ਇਹ ਹੋਇਆ ਕਿ ਬ੍ਰਾਹਮਣ ਨੇ ਨਰੋਲ ਆਪਣੇ ਮਨੋਰੰਜਨ ਲਈ ਹਾਰ ਸ਼ਿੰਗਾਰ ਨਾਲ ਲੱਦੀਆਂ ਅਤੇ ਸੁਗੰਧੀਆਂ ਵਿੱਚ ਗੁੜੁੱਚ ਹੋਈਆਂ ਨੌਜਵਾਨ ਅਤੇ ਸੁਨੱਖੀਆਂ ਬੱਚੀਆਂ ਰਾਮਜਣੀਆਂ, ਜਿਨ੍ਹਾਂ ਦਾ ਸਹੀ ਰੂਪ ਵੇਸਵਾ ਹੀ ਸੀ, ਕੋਲੋਂ ਪੱਥਰ ਦੇ ਦੇਵਤੇ ਦੇ ਸਾਹਮਣੇ ਨਾਚ ਕਰਵਾਉਣ ਵਿੱਚ ਦੇਵਤਿਆਂ ਅਤੇ ਭਗਵਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਦਾ ਭਰਮ ਪਾ ਦਿੱਤਾ। ਭਾਵ ਮਾਸ ਸ਼ਰਾਬ ਦੇ ਨਾਲ ਮੰਦਰਾਂ ਵਿੱਚ ਨਾਚ ਅਤੇ ਗਾਣੇ ਦੌਰ ਚੱਲਣੇ ਵੀ ਆਰੰਭ ਹੋ ਗਏ, ਜੋ ਕਿਸੇ ਨਾ ਕਿਸੇ ਸ਼ਕਲ ਵਿੱਚ ਅੱਜ ਵੀ ਦੀਦਾਰ ਦੇ ਰਹੇ ਹਨ। ਵਿਦਿਆ ਤੋਂ ਕੋਰੇ ਮਨੁੱਖ ਨੇ ਕਾਮ ਵਾਸ਼ਨਾ ਨੂੰ ਉਭਾਰਨ ਵਾਲੇ ਇਸ ਸਭ ਕੁਝ ਨੂੰ ਵੀ ਈਸ਼ਵਰੀ ਭਗਤੀ ਦਾ ਸਾਧਨ ਮੰਨ ਲਿਆ। ਨਾਚ ਗਾਣੇ ਨੇ ਧਰਮ ਦਾ ਅਜਿਹਾ ਰੂਪ ਧਾਰਨ ਕਰ ਲਿਆ ਕਿ ਰਾਜਕੁਮਾਰੀ ਮੀਰਾ ਬਾਈ ਨੇ ਵੀ ਨੱਚ-ਨੱਚ ਕੇ ਗਾਇਆ, ਪੱਗ ਘੁੰਗਰੂ ਬਾਂਧ ਮੀਰਾ ਨਾਚੀ ਰੇ। ਮੰਦਰਾਂ ਵਿੱਚ ਬੀਬੀਆਂ ਦੇ ਨਾਚ ਅਤੇ ਗਾਣੇ ਅੱਜ ਵੀ ਭਗਤੀ ਦਾ ਅੰਗ ਬਣੇ ਹੋਏ ਫਿਲਮਾਏ ਜਾਂਦੇ ਹਨ। ਟੀਵੀ ਦੀ ਸਕਰੀਨ ਅਤੇ ਡਰਾਮਿਆਂ ਦੀਆਂ ਸਟੇਜਾਂ ਹਾਰ ਸ਼ਿੰਗਾਰ ਨਾਲ ਲੱਦੀਆਂ ਬੀਬੀਆਂ ਦੇ ਨਾਚ ਗਾਣਿਆਂ ਨਾਲ ਕਾਮ ਦੇਵਤੇ ਨੂੰ ਭੜਕਾਊ ਆਹਾਰ ਦੇ ਰਹੀਆਂ ਹੁੰਦੀਆਂ ਹਨ। ਭਜਨ ਅਤੇ ਨਾਚ ਮੰਡਲੀਆਂ ਨੇ ਭਗਤੀਆਂ ਦੇ ਰੂਪ ਵਿੱਚ ਜਨਮ ਲੈਣਾ ਸ਼ੁਰੂ ਕਰ ਦਿੱਤਾ। ਨਾਚ ਗਾਣੇ ਨਾਲ ਰੱਬ ਨੂੰ ਖੁਸ਼ ਕਰਨ ਵਾਲੇ ਉਹਨਾਂ ਭਰਮੀ ਭਗਤੀਆਂ ਅਥਵਾ ਮਾਇਆ ਦੀ ਉਗਰਾਹੀ ਕਰਨ ਵਾਲੇ ਰਾਸਧਾਰੀਆਂ ਦਾ ਦਰਸ਼ਨ ਅੱਜ ਵੀ ਕੀਤਾ ਜਾ ਸਕਦਾ ਹੈ। ਨਾਚ ਅਤੇ ਗਾਣੇ ਨਾਲ ਪਰਮਾਤਮਾ ਨੂੰ ਖੁਸ਼ ਕਰਨ ਵਾਲੇ ਭਰਮ ਨੂੰ ਦੂਰ ਕਰਨ ਲਈ ਗੁਰਦੇਵ ਜੀ ਨੇ ਕਈ ਸ਼ਬਦ ਉਚਾਰੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਗਤ ਲਈ ਗੁਰੂ ਰੂਪ ਹਨ। ਮਾਇਆ ਗ੍ਰਸੇ ਭਗਤੀਆਂ ਅਥਵਾ ਰਾਸਧਾਰੀਆਂ ਨੂੰ ਨੱਚਦਿਆਂ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਚਾਰਿਆ, ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ,
ਉੱਡ ਉੱਡ ਰਾਵਾਂ ਝਾਟੇ ਪਾਏ, ਵੇਖੈ ਲੋਕ ਹੱਸੇ ਕਰ ਜਾਏ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਗਾਵਣ ਗੋਪੀਆਂ ਗਾਵਣ ਕਾਨ, ਗਾਵਣ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਵਾਹ ਰੋਲੇ ਬਹੁਤ ਆਨੰਤ। ਲਾਟੂ ਮਾਧਾਣੀਆਂ ਅਨਗਾਹ, ਪੰਖੀ ਭੌਂਦੀਆਂ ਲੈਣ ਨਾ ਸਾਹ। ਸੂਏ ਚਾੜ ਭਵਾਈਆਂ ਜੰਤ, ਨਾਨਕ ਭੌਂਦਿਆਂ ਗਣਤ ਨ ਅੰਤ। ਬੰਧਨ ਬੰਦ ਭਵਾਏ ਸੋਏ, ਪਾਇਆ ਕਿਰਤ ਨੱਚੈ ਸਭ ਕੋਏ। ਨੱਚ ਨੱਚ ਹੱਸੈ ਚੱਲੈ ਸਿਰ ਹੋਏ, ਉੱਡ ਨਾ ਜਾਹੀਂ ਸਿੱਧ ਨਾ ਹੋਏ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਪੰਨਾ 465। ਅਰਥ, ਰਾਸਾਂ ਵਿੱਚ ਚੇਲੇ ਸਾਜ਼ ਵਜਾਉਂਦੇ ਹਨ ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ। ਨਾਚ ਵੇਲੇ ਉਹ ਗੁਰੂ ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ। ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿੱਚ ਪੈਂਦਾ ਹੈ। ਰਾਸ ਵੇਖਣ ਆਏ ਹੋਏ ਲੋਕ ਉਹਨਾਂ ਨੂੰ ਨੱਚਦਿਆਂ ਵੇਖਦੇ ਹਨ ਅਤੇ ਹੱਸਦੇ ਹਨ। ਪਰ ਰੋਜ਼ੀ ਕਮਾਉਣ ਲਈ ਨੱਚਣ ਵਾਲੇ ਉਹ ਰਾਸ ਧਾਰੀਏ ਧਰਤੀ 'ਤੇ ਲੇਟਦੇ ਹਨ। ਗੋਪੀਆਂ ਕਾਨ, ਰਾਜਾ ਰਾਮ ਅਤੇ ਸੀਤਾ ਦੇ ਸਾਂਗ ਬਣ ਬਣ ਗਾਉਂਦੇ ਹਨ। ਜਿਸ ਪ੍ਰਭੂ ਦਾ ਸਾਰਾ ਜਗਤ ਬਣਾਇਆ ਹੋਇਆ ਹੈ, ਜੋ ਨਿਡਰ ਹੈ, ਆਕਾਰ ਰਹਿਤ ਹੈ ਅਤੇ ਜਿਸ ਦਾ ਨਾਮ ਅਟਲ ਹੈ, ਉਸ ਨੂੰ ਕੇਵਲ ਉਹੀ ਸੇਵਕ ਸਿਮਰਦੇ ਹਨ ਜਿਨ੍ਹਾਂ ਅੰਦਰ ਰੱਬ ਦੀ ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿੱਚ ਸਿਮਰਨ ਕਰਨ ਦਾ ਉਤਸ਼ਾਹ ਹੈ। ਉਹਨਾਂ ਸੇਵਕਾਂ ਦੀ ਜ਼ਿੰਦਗੀ ਰੂਪ ਰਾਤ ਸੁਆਦਲੀ ਗੁਜ਼ਰਦੀ ਹੈ। ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ, ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ। ਵੇਖੋ, ਬੇਅੰਤ ਪਦਾਰਥ ਤੇ ਜੀ ਸਦਾ ਭੌਂਦੇ ਰਹਿੰਦੇ ਹਨ। ਕੋਲੂ, ਚਰਖਾ, ਚੱਕੀ, ਘੁਮਿਆਰ ਦਾ ਚੱਕ, ਥਲਾਂ, ਬੇਅੰਤ ਵਾਵਰੋਲੇ ਮਧਾਣੀਆਂ, ਫਲੇ, ਪੰਛੀ ਭੰਬੀਰੀਆਂ ਜੋ ਇੱਕ ਸਾਹੇ ਉੜਦੀਆਂ ਰਹਿੰਦੀਆਂ ਹਨ, ਇਹ ਸਭ ਭੌਂਦੇ ਰਹਿੰਦੇ ਹਨ। ਸੂਲ ਉੱਤੇ ਚਾੜ ਕੇ ਕਈ ਜੰਤ ਭਵਾਈਂਦੇ ਹਨ। ਇਹ ਨਾਨਕ, ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ। ਇਸੇ ਤਰ੍ਹਾਂ ਉਹ ਪ੍ਰਭੂ ਜੀਵਾਂ ਨੂੰ ਮਾਇਆ ਦੇ ਜੰਜੀਰਾਂ ਵਿੱਚ ਜਕੜ ਕੇ ਭਵਾਉਂਦਾ ਹੈ। ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ। ਜੋ ਜੀਵ ਨੱਚ ਨੱਚ ਕੇ ਖੁਸ਼ੀ ਵਿੱਚ ਹੱਸਦੇ ਹਨ, ਉਹ ਅੰਤ ਨੂੰ ਇੱਥੋਂ ਰੋਂਦੇ ਤੁਰਦੇ ਹਨ ਕਿ ਸ਼ੁਗਲਾਂ ਵਿੱਚ ਪਏ ਰਹੇ ਪ੍ਰਭੂ ਦਾ ਨਾਮ ਕਿਉਂ ਨਾ ਸਿਮਰਿਆ। ਉਂਝ ਵੀ ਨੱਚਣ ਨਾਲ ਕਿਸੇ ਉੱਚੀ ਅਵਸਥਾ 'ਤੇ ਨਹੀਂ ਅੱਪੜਦੇ ਤੇ ਨਾ ਹੀ ਉਹ ਸਿੱਧ ਬਣ ਸਕਦੇ ਹਨ। ਨੱਚਣਾ ਕੁੱਦਣਾ ਕੇਵਲ ਮਨ ਦਾ ਸ਼ੌਂਕ ਹੈ। ਇਹ ਨਾਨਕ, ਪ੍ਰੇਮ ਕੇਵਲ ਉਸ ਦੇ ਮਨ ਵਿੱਚ ਹੀ ਹੈ ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਡਰ ਹੈ। ਵਾਜਾ ਮਤ ਪਖਾਵਜ ਭਾਉ, ਹੋਏ ਆਨੰਦ ਸਦਾ ਮਨ ਚਾਓ। ਇਹਾ ਭਗਤ ਇਹੋ ਤਪ ਤਾਓ, ਇਤ ਰੰਗ ਨਾਚੋ ਰਖ ਰਖ ਪਾਉ। ਪੂਰੇ ਤਾਲ ਜਾਣੇ ਸਾਲਾ, ਹੋਰ ਨੱਚਣਾ ਖੁਸ਼ੀਆਂ ਮਨ ਮਾਹ। ਰਹਾਉ, ਸਤ ਸੰਤੋਖ ਵਜੈ ਦੋਇ ਤਾਲ, ਪੈਰੀ ਵਾਜਾ ਸਦਾ ਨਿਹਾਲ। ਰਾਗ ਨਾਦ ਨਹੀਂ ਦੂਜਾ ਪਾਓ, ਇਤ ਰੰਗ ਨਾਚੋ ਰਖ ਰਖ ਪਾਉ। ਭਾਉ ਫੇਰੀ ਹੋਵੇ ਮਨ ਚੀਤ, ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਲੇਟਣ ਲੇਟ ਜਾਣੇ ਤਨ ਸੁਆਹ, ਇਤ ਰੰਗ ਨਾਚੋ ਰਖ ਰਖ ਪਾਉ। ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖ ਸੁਣਦਾ ਸਾਚਾ ਨਾਉ। ਨਾਨਕ ਆਖਣ ਵੇਰਾ ਵੇਰ, ਇਤ ਰੰਗ ਨਾਚੋ ਰਖ ਰਖ ਪੈਰ। ਪੰਨਾ 350। ਅਰਥ, ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧ ਨੂੰ ਵਾਜਾ ਬਣਾਇਆ ਹੈ, ਪ੍ਰਭੂ ਪਿਆਰ ਨੂੰ ਜੋੜੀ ਬਣਾਇਆ ਹੈ, ਇਹਨਾਂ ਸਾਜ਼ਾਂ ਦੇ ਵੱਜਣ ਨਾਲ ਸ੍ਰੇਸ਼ਟ ਬੁੱਧ ਤੇ ਪ੍ਰਭੂ ਪਿਆਰ ਦੀ ਬਰਕਤ ਨਾਲ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ। ਉਸ ਦੇ ਮਨ ਵਿੱਚ ਉਤਸ਼ਾਹ ਰਹਿੰਦਾ ਹੈ। ਅਸਲੀ ਭਗਤੀ ਇਹੀ ਹੈ ਤੇ ਇਹੀ ਹੈ ਮਹਾਨ ਤਪ। ਇਸ ਆਤਮਿਕ ਆਨੰਦ ਵਿੱਚ ਟਿਕੇ ਰਹਿ ਕੇ ਸਦਾ ਜੀਵਨ ਰਸਤੇ ਉੱਤੇ ਤੁਰੋ। ਬਸ ਇਹ ਨਾਚ ਨੱਚੋ। ਨੱਚਣ ਨੂੰ ਕ੍ਰਿਸ਼ਨ ਭਗਤੀ ਸਮਝਣਾ ਭੁਲੇਖਾ ਹੈ। ਜੋ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਜਾਣਦਾ ਹੈ, ਉਹ ਜੀਵਨ ਨਾਚ ਵਿੱਚ ਤਾਲ ਸਿਰ ਨੱਚਦਾ ਹੈ।
ਜੀਵਨ ਦੀਆਂ ਸਹੀ ਲੀਹਾਂ ਤੇ ਤੁਰਦਾ ਹੈ। ਕ੍ਰਿਸ਼ਨ ਮੂਰਤੀ ਅਥਵਾ ਕਿਸੇ ਹੋਰ ਦੇਵਤੇ ਦੀ ਮੂਰਤੀ ਅੱਗੇ ਇਹ ਹੋਰ ਨਾਚ, ਇਹ ਨਿਰੀਆਂ ਮਨ ਦੀਆਂ ਖੁਸ਼ੀਆਂ ਹਨ, ਮਨ ਦੇ ਚਾਅ ਹਨ। ਇਹ ਭਗਤੀ ਨਹੀਂ, ਇਹ ਤਾਂ ਮਨ ਦੇ ਨਚਾਏ ਨੱਚਣ ਹੈ। ਰਹਾਉ ਖਲਕਤ ਦੀ ਸੇਵਾ, ਸੰਤੋਖ ਵਾਲਾ ਜੀਵਨ, ਇਹ ਦੋਵੇਂ ਛੈਣੇ ਵੱਜਣ, ਸਦਾ ਖਿੜੇ ਮੱਥੇ ਰਹਿਣਾ, ਇਹ ਪੈਰੀਂ ਘੁੰਗਰੂ ਵੱਜਣ, ਪ੍ਰਭੂ ਪਿਆਰ ਤੋਂ ਬਿਨਾਂ ਕੋਈ ਲਗਨ ਨਾ ਹੋਵੇ, ਇਹ ਹਰ ਵੇਲੇ ਅੰਦਰ ਰਾਗ ਤੇ ਅਲਾਪ ਹੁੰਦਾ ਰਹੇ। ਹੇ ਭਾਈ, ਇਸ ਆਤਮਿਕ ਆਨੰਦ ਵਿੱਚ ਟਿਕੋ, ਇਸ ਜੀਵਨ ਰਸਤੇ ਤੁਰੋ, ਇਹ ਨਾਚ ਨੱਚੋ, ਭਾਵੇਂ ਇਸ ਤਰ੍ਹਾਂ ਦੇ ਜੀਵਨ ਦਾ ਆਤਮਿਕ ਹੁਲਾਰਾ ਮਾਣੋ। ਉੱਠਦਿਆਂ ਬੈਠਦਿਆਂ ਸਦਾ ਹਰ ਵੇਲੇ ਪ੍ਰਭੂ ਦਾ ਡਰ ਅਦਬ ਮਨ ਚਿੱਤ ਵਿੱਚ ਟਿਕਿਆ ਰਹੇ। ਨਾਚ ਦੀ ਇਹ ਭੁਆਂਟਣੀ ਹੋਵੇ। ਆਪਣੇ ਸਰੀਰ ਨੂੰ ਮਨੁੱਖ ਨਾਸ਼ਵੰਤ ਸਮਝੇ, ਇਹ ਲੇਟ ਕੇ ਨਿਰਤਕਾਰੀ ਹੋਵੇ। ਇਸ ਆਨੰਦ ਵਿੱਚ ਟਿਕੇ ਰਹੋ, ਇਹ ਜੀਵਨ ਜੀਵੋ, ਬਸ ਇਹ ਨਾਚ ਨੱਚੋ, ਇਹ ਆਤਮਿਕ ਹੁਲਾਰਾ ਮਾਣੋ। ਸਤ ਸੰਗਤ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ ਆਪਣੇ ਅੰਦਰ ਪੈਦਾ ਕਰਨਾ, ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟਲ ਨਾਮ ਸੁਣਦੇ ਰਹਿਣਾ, ਪਰਮਾਤਮਾ ਦਾ ਨਾਮ ਮੁੜ ਮੁੜ ਜਪਣਾ। ਇਸ ਰੰਗ ਵਿੱਚ ਹੀ ਨਾਨਕ ਟਿਕੋ, ਇਸ ਜੀਵਨ ਰਸਤੇ ਵਿੱਚ ਪੈਰ ਧਰੋ, ਬਸ ਇਹ ਨਾਚ ਨੱਚੋ, ਇਹ ਜੀਵਨ ਆਨੰਦ ਮਾਣੋ। ਜਿਸ ਕੋਝੀ ਭੁੱਖ ਨੂੰ ਮਿਟਾਉਣ ਵਾਸਤੇ ਬ੍ਰਾਹਮਣ ਨੇ ਦੁਰਾਚਾਰ ਵਿੱਚ ਰੰਗਿਆ ਰਾਗ ਅਤੇ ਨਾਚ ਰਾਮਜਣੀਆਂ ਸਮੇਤ ਧਰਮ ਅਸਥਾਨਾਂ ਵਿੱਚ ਲਿਆ ਵਾੜਿਆ ਸੀ, ਉਸ ਸਭ ਕੁਝ ਨੂੰ ਜਦ ਆਰੰਭਕ ਸਮੇਂ ਦੇ ਮਨੁੱਖ ਨੇ ਹੀ ਰੱਬੀ ਹੁਕਮ ਸਮਝ ਕੇ ਸ਼ਰਧਾ ਬਣਾ ਲਈ ਸੀ, ਤਾਂ ਉਸ ਦੀ ਅਗਲੀ ਕਿਸੇ ਪੀੜ੍ਹੀ ਨੇ ਕਿੰਤੂ ਕਿਵੇਂ ਕਰਨਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਬੜੇ ਮਿੱਠੇ ਢੰਗ ਨਾਲ ਨਾਚ ਦਾ ਖੰਡਨ ਕੀਤਾ ਹੈ। ਗੁਰਦੇਵ ਜੀ ਨੇ ਰਾਗ ਨੂੰ ਸਿਰਫ ਗੁਰਮਤਿ ਦੇ ਪ੍ਰਚਾਰ ਦੇ ਸਾਧਨ ਵਜੋਂ ਵਰਤਿਆ ਜ਼ਰੂਰ ਸੀ, ਪਰ ਕਿਸੇ ਮਨੁੱਖ ਦੀ ਕਦਰ ਸਿਰਫ ਰਾਗ ਵਿਦਿਆ ਵਿੱਚ ਨਿਪੁੰਨ ਹੋਣ ਕਰਕੇ ਕਦੇ ਨਹੀਂ ਕੀਤੀ। ਅਨਮਤੀ ਰਾਗੀਆਂ ਨੂੰ ਇਸ ਕਰਕੇ ਸਤਿਕਾਰਿਆ ਕਿਉਂਕਿ ਉਹਨਾਂ ਨੇ ਗੁਰੂ ਦੇ ਆਸ਼ੇ ਅਨੁਸਾਰ ਰਾਗ ਵਿੱਚ ਗੁਰਬਾਣੀ ਗਾਉਣੀ ਸਿੱਖ ਲਈ ਸੀ। ਜਿਸ ਨੂੰ ਗੁਰਬਾਣੀ ਨਹੀਂ ਸੀ ਆਉਂਦੀ, ਉਹ ਭਾਵੇਂ ਰਾਗ ਵਿਦਿਆ ਦਾ ਮਹਾਂਗਿਆਨੀ ਅਤੇ ਬੜੇ ਮਿੱਠੇ ਗਲੇ ਵਾਲਾ ਵੀ ਕਿਉਂ ਨਾ ਹੋਵੇ, ਉਸ ਨੂੰ ਗੁਰੂ ਦਰਬਾਰ ਵਿੱਚ ਕਿਸੇ ਪ੍ਰਕਾਰ ਦਾ ਧਾਰਮਿਕ ਗੀਤ ਗਾਉਣ ਦੀ ਆਗਿਆ ਵੀ ਕਦੇ ਨਹੀਂ ਸੀ ਮਿਲੀ। ਸਿਰਫ ਢਾਡੀਆਂ ਨੂੰ ਜੰਗੀ ਵਾਰਾਂ ਗਾਉਣ ਦੀ ਆਗਿਆ ਸੀ। ਪੇਸ਼ੇਵਰ ਰਾਗੀਆਂ ਨੇ ਜਦ ਆਪਣੀ ਰਾਗ ਵਿਦਿਆ ਦਾ ਹੰਕਾਰ ਕਰਨਾ ਆਰੰਭ ਕੀਤਾ, ਤਾਂ ਗੁਰਦੇਵ ਜੀ ਨੇ ਉਹੀ ਸੇਵਾ ਨਿਭਾਉਣ ਵਾਸਤੇ ਸਿੱਖਾਂ ਨੂੰ ਉਤਸ਼ਾਹ ਦਿੱਤਾ, ਪਰ ਇਸ ਖਤਰੇ ਨੂੰ ਮੁੱਖ ਰੱਖ ਕੇ ਕਿ ਕਿਤੇ ਗੁਰੂ ਦਾ ਸਿੱਖ ਰਾਗ ਨਾਲ ਹੀ ਨਾ ਜੁੜ ਜਾਏ, ਕਦੇ ਰਾਗ ਕਰਕੇ ਹੀ ਕਿਸੇ ਦੀ ਕਦਰ ਨਾ ਕਰਨ ਲੱਗ ਪਵੇ, ਕਿਤੇ ਰਾਗ ਨੂੰ ਸਿੱਖ ਧਰਮ ਦਾ ਹਿੱਸਾ ਹੀ ਨਾ ਮੰਨ ਲਿਆ ਜਾਵੇ। ਗੁਰਦੇਵ ਜੀ ਨੇ ਨਾਚ ਦੇ ਨਾਲ ਰਾਗ ਦੇ ਵਿਰੁੱਧ ਵੀ ਸ਼ਬਦ ਰਚੇ, ਰਾਗ ਨੂੰ ਵੀ ਪ੍ਰਭੂ ਭਗਤੀ ਦਾ ਸਾਧਨ ਮੰਨਣ ਦੀ ਖੰਡਨਾ ਕੀਤੀ। ਸੱਚਾ ਅਲਖ ਅਭਿਓ ਹੱਠ ਨਾ ਭਤੀਜਈ, ਇੱਕ ਗਾਵੇਂ ਰਾਗ ਭਰੀਆਂ ਰਾਗ ਨਾ ਭੀਜਈ, ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀਜਈ, ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀਜਈ, ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ, ਕਰਮ ਵਧੈ ਕੈ ਲੋ ਖੱਪ ਮਰੀਜਈ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ, ਹਰ ਭਗਤੀ ਅਸਨੇ ਗੁਰਮੁਖ ਕੀਜਈ। ਪੰਨਾ 1285। ਅਰਥ, ਜੀਵਾਂ ਦੇ ਕਿਸੇ ਹੱਠ ਨਾਲ, ਭਾਵ ਕਿਸੇ ਹੱਠ ਕਰਮ ਨਾਲ ਉਹ ਸੱਚਾ ਪ੍ਰਭੂ ਰਾਜ਼ੀ ਨਹੀਂ ਹੁੰਦਾ ਜੋ ਅਦ੍ਰਿਸ਼ਟ ਹੈ ਅਤੇ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਕਈ ਲੋਕ ਰਾਗ ਅਤੇ ਰਾਗਣੀਆਂ ਗਾਉਂਦੇ ਹਨ, ਪਰ ਪ੍ਰਭੂ ਕਿਸੇ ਰਾਗ ਨਾਲ ਵੀ ਪ੍ਰਸੰਨ ਨਹੀਂ ਹੁੰਦਾ। ਕਈ ਬੰਦੇ ਨੱਚ ਨੱਚ ਕੇ ਤਾਲ ਪੂਰਦੇ ਹਨ, ਪਰ ਇਸ ਤਰ੍ਹਾਂ ਵੀ ਭਗਤੀ ਨਹੀਂ ਕੀਤੀ ਜਾ ਸਕਦੀ। ਕਈ ਮੂਰਖ ਬੰਦੇ ਅੰਨ ਨਹੀਂ ਖਾਂਦੇ, ਪਰ ਦੱਸੋ ਇਸ ਦਾ ਕੀ ਕੀਤਾ ਜਾਵੇ? ਇਹਨਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਇਸ ਤਰ੍ਹਾਂ ਪ੍ਰਭੂ ਖੁਸ਼ ਨਹੀਂ ਕੀਤਾ ਜਾ ਸਕਦਾ? ਜੀਵ ਦੀ ਵਧੀ ਹੋਈ ਤ੍ਰਿਸ਼ਨਾ ਇਹਨਾਂ ਹੱਠ ਕਰਮਾਂ ਨਾਲ ਕਿਸੇ ਤਰ੍ਹਾਂ ਵੀ ਸ਼ਾਂਤ ਨਹੀਂ ਕੀਤੀ ਜਾ ਸਕਦੀ। ਭਾਵੇਂ ਹੋਰ ਧਰਤੀ ਦੇ ਬੰਦਿਆਂ ਦੇ ਕਰਮਕਾਂਡ ਇੱਥੇ ਵੱਧ ਜਾਣ, ਤਾਂ ਵੀ ਖੱਪ ਕੇ ਨਹੀਂ ਮਰੀਦਾ ਹੈ। ਜਗਤ ਵਿੱਚ ਪ੍ਰਭੂ ਦਾ ਨਾਮ ਹੀ ਖੱਟੀ ਹੈ। ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੀ ਪੀਣਾ ਚਾਹੀਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬੰਦਗੀ ਨਾਲ ਤੇ ਪ੍ਰਭੂ ਦੇ ਪਿਆਰ ਨਾਲ ਭਿੱਜਦਾ ਹੈ। ਗੁਰਦੇਵ ਜੀ ਨੇ ਸਾਜ਼ ਵਜਾਉਣ ਦੀ ਅਤੇ ਨੱਚਣ ਦੀ ਸਹੀ ਜਾਚ ਇਸ ਸ਼ਬਦ ਦੁਆਰਾ ਸਿਖਲਾਈ ਹੈ। ਉਦਮ ਕਰਤ ਹੋਵੇ ਮਨ ਨਿਰਮਲ,
नाचे आप निवारे। पंच जना ले वसकत राखै, मन में एक अंकारे। तेरा जन निरत करे गुण गावै, रबाब पखावज ताल घुंघरू। अनहद शब्द वजावै रहाओ। प्रथमे मन प्रबोधे अपना, पाछे अवर रिझावै। राम नाम जप हिरदे जापै, मुख ते सगल सुनावै। कर संग साधु चरण पखारै, संत धूर तन लावै। मन तन अर्प धरे गुर आगै, सत पदार्थ पावै। जो जो सुने पेखे लाए शरदा, ताका जन्म मरण दुख भागै। ऐसी निरत नरक निवारै, नानक गुरमुख जागै। पन्ना 381। ਗੁਰਦੁਆਰਿਆਂ ਦੀ ਯਾਤਰਾ ਸੰਬੰਧੀ ਇੱਕ ਵੀਡੀਓ ਰੀਲ ਬਾਜ਼ਾਰੋਂ ਵੀ ਮਿਲਦੀ ਹੈ ਅਤੇ ਟੀਵੀ 'ਤੇ ਵੀ ਵੇਖੀ ਗਈ ਹੈ। ਉਸ ਵਿੱਚ ਹਜ਼ੂਰ ਸਾਹਿਬ ਦੇ ਗੁਰੂ ਘਰ ਵਿੱਚ ਕੁਝ ਬੀਬੀਆਂ ਨੱਚਦੀਆਂ ਅਤੇ ਆਪਣੀ ਬੋਲੀ ਵਿੱਚ ਗੁਰੂ ਨਾਨਕ ਜੀ ਦੇ ਭਜਨ ਗਾਉਂਦੀਆਂ ਦਰਸਾਈਆਂ ਗਈਆਂ ਹਨ। ਸਿੱਖਾਂ ਦੇ ਸਰਬ ਸ੍ਰੇਸ਼ਟ ਅਤੇ ਕੇਂਦਰੀ ਜਗ੍ਹਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਨਾਨਕ ਨਾਮ ਜਹਾਜ਼ ਦੀ ਸ਼ੂਟਿੰਗ ਕਰਵਾ ਕੇ ਸੰਤ ਬਾਬਾ ਫਤਿਹ ਸਿੰਘ ਨੇ ਪੰਥ ਵਿੱਚ ਨਾਚ ਗਾਣਿਆਂ ਦੀ ਬ੍ਰਾਹਮਣੀ ਰੀਤ ਦਾ ਨੀਂਹ ਪੱਥਰ ਰੱਖ ਦਿੱਤਾ। ਸੈਂਕੜੇ ਸਾਲਾਂ ਦੀ ਬਣੀ ਆ ਰਹੀ ਸ਼ਰਮ ਦਾ ਪਰਦਾ ਚੁੱਕਿਆ ਗਿਆ। ਸਾਡੇ ਵੇਖਣ ਦੀ ਗੱਲ ਹੈ ਕਿ ਇਸਤਰੀਆਂ ਦੇ ਨਾਚ ਗਾਣੇ ਦੇ ਅਖਾੜੇ ਵਿੱਚ ਕੋਈ ਸਿੱਖ ਨਹੀਂ ਸੀ ਜਾਇਆ ਕਰਦਾ। ਸਿਨੇਮਾ ਵੇਖਣ ਵਾਲਿਆਂ ਦੇ ਹਾਲ ਵਿੱਚ ਵੀ ਕੋਈ ਵਿਰਲਾ ਹੀ ਸਿੱਖ ਵੇਖਿਆ ਜਾਂਦਾ ਸੀ। ਫਿਲਮਾਂ ਵਿੱਚ ਸਿੱਖ ਬੱਚੀ ਦਾ ਜਾਣਾ ਕੌਮੀ ਹੇਠੀ ਮੰਨੀ ਜਾਂਦੀ ਸੀ। ਸੰਤ ਫਤਿਹ ਸਿੰਘ ਦੀ ਕਿਰਪਾ ਨਾਲ ਅੱਜ ਸਿੱਖ ਘਰਾਣਿਆਂ ਦੇ ਬੱਚੇ ਬੱਚੀਆਂ ਤਕੜੇ ਨਚਾਰ ਬਣਦੇ ਜਾ ਰਹੇ ਹਨ। ਸੈਂਕੜੇ ਬੀਬੀਆਂ ਫਿਲਮਾਂ ਵਿੱਚ ਜਾ ਕੇ ਸੁੱਚੇ ਆਚਰਨ ਦੀ ਕਦਰ ਕੀਮਤ ਭੁਲਾ ਬੈਠੀਆਂ ਹਨ। ਕੌਮ ਪੂਰੀ ਤਰ੍ਹਾਂ ਬ੍ਰਾਹਮਣੀ ਰੰਗ ਵਿੱਚ ਰੰਗੀ ਤੁਰੀ ਜਾ ਰਹੀ ਹੈ। ਜਾਗੋ ਗੁਰੂਦੇਵ ਲਾਲੋ ਜਾਗੋ, ਸਾਂਭੋ ਆਪਣੇ ਵਿਰਸੇ ਨੂੰ। ਅਜੇ ਵੀ ਡੁੱਲਿਆਂ ਬੇਰਾਂ ਦਾ ਸ਼ਾਇਦ ਕੁਝ ਬਚ ਰਿਹਾ ਹੋਵੇ। ਇਹ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਨ ਤੂਰ ਵਜਈਆ। ਹਰ ਹਰ ਉਸਤਤ ਕਰੇ ਦਿਨ ਰਾਤੀ, ਰੱਖ ਰੱਖ ਚਰਨ ਹਰ ਤਾਲ ਪੂਰਈਆ। ਹਰ ਕੈ ਰੰਗ ਰਤਾ ਮਨ ਗਾਵੇ, ਰਸ ਰਸਾਲ ਰਸ ਸ਼ਬਦ ਰਵਈਆ। ਨਿਜ ਘਰ ਧਾਰ ਚੂਐ ਅਤ ਨਿਰਮਲ, ਜਿਨ ਪੀਆ ਤਿਨ ਹੀ ਸੁਖ ਲਈਆ। ਪੰਨਾ 834। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾ। ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੇ, ਭਗਤ ਕਰੋ ਤੇਰੀ ਰਾਇਆ। ਪੀਏ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਉ। ਪੱਖਾ ਫੇਰੀ ਪੈਰ ਮਲੋਮਾ, ਜਬ ਤਰਹਾਂ ਤੇਰਾ ਨਾਂ। ਲੂਣ ਹਰਾਮੀ ਨਾਨਕ ਲਾਲਾ, ਬਖਸ਼ੈ ਤੁਧ ਵਡਿਆਈ। ਆਦ ਜੁਗਾਦ ਦਇਆ ਪਤ ਦਾਤਾ, ਤੁਧ ਬਿਨ ਮੁਕਤ ਨਾ ਪਾਈ। ਪੰਨਾ 991। ਅਰਥ, ਹੇ ਪ੍ਰਭੂ, ਜਦੋਂ ਤੋਂ ਗੁਰੂ ਨੇ ਮੈਨੂੰ ਤੇਰਾ ਪ੍ਰੇਮ ਦੇ ਕੇ ਉਸ ਦੇ ਵੱਟੇ ਵਿੱਚ ਮੇਰਾ ਆਪਾ ਭਾਵ ਖਰੀਦ ਲਿਆ ਹੈ, ਮੈਂ ਤੇਰਾ ਦਾਸ ਹੋ ਗਿਆ ਹਾਂ, ਮੈਂ ਤੇਰਾ ਗੁਲਾਮ ਹੋ ਗਿਆ ਹਾਂ। ਮੈਨੂੰ ਦੁਨੀਆ ਵੀ ਭਾਗਾਂ ਵਾਲਾ ਆਖਣ ਲੱਗ ਪਈ ਹੈ। ਗੁਰੂ ਦੇ ਦਰ 'ਤੇ ਗੁਰੂ ਦੇ ਉਪਦੇਸ਼ ਦੇ ਇਵਜ਼ ਮੈਂ ਆਪਾ ਭਾਵ ਦੇ ਦਿੱਤਾ ਹੈ। ਹੁਣ ਜਿਸ ਕੰਮ ਵਿੱਚ ਮੈਨੂੰ ਗੁਰੂ ਲਾਉਂਦਾ ਹੈ, ਉਸੇ ਕੰਮ ਵਿੱਚ ਮੈਂ ਲੱਗਾ ਰਹਿੰਦਾ ਹਾਂ। ਪਰ ਹੇ ਪ੍ਰਭੂ, ਮੈਨੂੰ ਗੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਹੈ। ਮੈਥੋਂ ਹੇ ਸਾਹਿਬ ਤੇਰਾ ਹੁਕਮ ਪੂਰੇ ਤੌਰ 'ਤੇ ਸਿਰੇ ਨਹੀਂ ਚੜ੍ਹਦਾ। ਅਕਲ ਤਾਂ ਇਹੀ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੀਕ ਕੀਤੀ ਜਾਵੇ, ਪਰ ਵਾਅਦਾ ਕਰਨਾ ਤਾਂ ਕਿਤੇ ਰਿਹਾ, ਪੂਰੀ ਵੀ ਨਿਭਾਈ ਨਹੀਂ ਜਾਂਦੀ ਰਹਾ। ਗੁਰੂ ਦੀ ਮਿਹਰ ਨਾਲ ਤੇਰੇ ਹੁਕਮ ਵਿੱਚ ਤੁਰਨ ਵਾਲੀ ਮੇਰੀ ਮੱਤ ਬਣੀ ਉਸ ਮੱਤ ਮਾਂ ਨੇ ਮੈਨੂੰ ਸੇਵਕ ਜੀਵਨ ਵਾਲਾ ਜਨਮ ਦਿੱਤਾ। ਤੇਰਾ ਬਖਸ਼ਿਆ ਸੰਤੋਖ ਮੇਰਾ ਪਿਓ ਬਣਿਆ। ਮੈਨੂੰ ਮੇਰੇ ਸੇਵਕ ਸੁਭਾਅ ਨੂੰ ਸੰਤੋਖ ਪਿਓ ਤੋਂ ਹੀ ਜਨਮ ਮਿਲਿਆ। ਹੁਣ ਹੇ ਪ੍ਰਭੂ, ਜਿਉਂ-ਜਿਉਂ ਮੈਂ ਤੇਰੀ ਭਗਤੀ ਕਰਦਾ ਹਾਂ, ਮੇਰੀ ਮਾਂ ਮੱਤ ਹੁਲਾਰੇ ਵਿੱਚ ਆਉਂਦੀ, ਮੇਰਾ ਪਿਓ ਸੰਤੋਖ ਉਛਾਲੇ ਮਾਰਦਾ ਹੈ। ਹੇ ਪ੍ਰਭੂ, ਮੈਨੂੰ ਤਾਂ ਸਮਝ ਨਹੀਂ ਕਿ ਮੈਂ ਕਿਸ ਤਰ੍ਹਾਂ ਤੇਰਾ ਹੁਕਮ ਪੂਰੇ ਤੌਰ 'ਤੇ ਕਮਾ ਸਕਾਂ, ਪਰ ਜੇ ਤੂੰ ਮਿਹਰ ਕਰੇ ਤਾਂ ਹੇ ਪਾਤਸ਼ਾਹ, ਮੈਂ ਤੇਰੇ ਬੰਦਿਆਂ ਲਈ ਪੀਣ ਵਾਸਤੇ ਪਾਣੀ ਢੋਵਾਂ, ਤੇਰੇ ਬੰਦਿਆਂ ਦੇ ਖਾਣ ਵਾਸਤੇ ਚੱਕੀ ਪੀਹਾਂ, ਪੱਖਾ ਫੇਰਾਂ, ਤੇਰੇ ਬੰਦਿਆਂ ਦੇ ਪੈਰ ਘੁੱਟਾਂ ਤੇ ਸਦਾ ਤੇਰਾ ਨਾਮ ਜਪਦਾ ਰਹਾਂ। ਪਰ ਹੇ ਦਇਆ ਦੇ ਮਾਲਕ ਪ੍ਰਭੂ, ਤੇਰਾ ਗੁਲਾਮ ਨਾਨਕ
ਤੇਰੀ ਓਨੀ ਖਿਦਮਤ ਨਹੀਂ ਕਰ ਸਕਦਾ ਜਿੰਨੀਆਂ ਤੂੰ ਬਖਸ਼ਿਸ਼ਾਂ ਕਰ ਰਿਹਾ ਹੈ। ਤੇਰਾ ਗੁਲਾਮ ਤੇਰੀਆਂ ਬਖਸ਼ਿਸ਼ਾਂ ਦੇ ਮੋਹ ਵਿੱਚ ਹੀ ਫਸ ਜਾਂਦਾ ਹੈ। ਖਿਦਮਤ ਕਰਾਉਣ ਵਾਸਤੇ ਵੀ ਜੇ ਤੂੰ ਆਪ ਹੀ ਮਿਹਰ ਕਰੇ ਤਾਂ ਮੈਂ ਖਿਦਮਤ ਕਰ ਸਕਾਂਗਾ। ਇਸ ਵਿੱਚ ਵੀ ਤੇਰੀ ਹੀ ਜੈ ਜੈਕਾਰ ਹੋਵੇਗੀ। ਤੂੰ ਸ਼ੁਰੂ ਤੋਂ ਹੀ, ਯੁੱਗਾਂ ਦੇ ਆਰੰਭ ਤੋਂ ਹੀ ਦਇਆ ਦਾ ਮਾਲਕ ਹੈ, ਦਾਤਾ ਦਿੰਦਾ ਆਇਆ ਹੈ। ਇਹਨਾਂ ਦਾਤਾਂ ਦੇ ਮੋਹ ਤੋਂ ਖਲਾਸੀ ਤੇਰੀ ਸਹਾਇਤਾ ਤੋਂ ਬਿਨਾਂ ਨਹੀਂ ਹੋ ਸਕਦੀ। ਅਬ ਮੋਹੇ ਨਾਚ ਨੂੰ ਨਾ ਆਵੇ, ਮੇਰਾ ਮਨ ਮੰਦਰੀਆ ਨਾ ਬਜਾਵੇ। ਰਹਾਓ ਪੰਨਾ 483। ਅਰਥ, ਹੁਣ ਮੈਨੂੰ ਮਾਇਆ ਦੇ ਲੋਭ ਅਧੀਨ ਭਟਕਣ ਵਾਲੀ ਨਿਰਤਕਾਰੀ ਕਰਨੀ ਨਹੀਂ ਆਉਂਦੀ। ਮੇਰਾ ਮਨੁਆ ਹੁਣ ਉਹ ਪਹਿਲਾਂ ਵਾਲਾ ਤ੍ਰਿਸ਼ਨਾ ਦਾ ਢੋਲ ਨਹੀਂ ਵਜਾਉਂਦਾ, ਕਿਉਂਕਿ ਹੁਣ ਪ੍ਰਭੂ ਦੇ ਸਿਮਰਨ ਵਿੱਚ ਜੁੜ ਕੇ ਮੇਰੀ ਉੱਚੀ ਆਤਮਿਕ ਅਵਸਥਾ ਬਣ ਚੁੱਕੀ ਹੈ। ਮਨੁਆ ਨਾਚੈ ਭਗਤ ਦਿਰੜਾਏ, ਗੁਰ ਕੇ ਸ਼ਬਦ ਮਨੈ ਮਨ ਮਿਲਾਏ। ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤ ਕਰਾਵਣਿਆ। ਊਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋਇਆ ਜਮ ਕਾਲੇ। ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁਖ ਪਾਵਣਿਆ। ਪੰਨਾ 121। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 7ਵੇਂ ਕਾਂਡ ਦਾ 8ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।